ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਦੀ ਸਰਵਣ ਕਰ ਰਹੇ। ਰਾਗ ਸੂਹੀ ਵਿੱਚ 749 ਅੰਗ ਤੇ ਗੁਰੂ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਕਥਾ ਪਹੁੰਚੀ ਹੈ। 54 ਸ਼ਬਦ ਪਿੱਛੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ। 55ਵਾਂ ਸ਼ਬਦ 749 ਅੰਗ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਾਰੰਭ ਹੁੰਦਾ ਹੈ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨ ਹਾਰਾ। ਰਾਗ ਸੂਹੀ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸਾਰੇ ਜਗਤ ਦਾ ਮਾਲਕ ਹੈ, ਉਹੀ ਸਤਿਗੁਰੂ ਜੀ ਦੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹਨ। ਉਹ ਆਪ ਹੀ ਸਭ ਕੁਝ ਕਰਨ ਵਾਲੇ, ਆਪੇ ਕਰਨਾ ਹਾਰਾ, ਆਪ ਹੀ ਸਭ ਕੁਝ ਕਰਨ ਵਾਲੇ, ਕੋਈ ਦੂਜਾ ਕਰਤਾ ਨਹੀਂ। ਕੀਤਾ ਵੀ ਪ੍ਰਭੂ ਨੇ ਹੈ, ਕਰ ਵੀ ਪ੍ਰਭੂ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਭੂ ਜੀ ਹੀ ਕਰਨਗੇ। ਐਸਾ ਪ੍ਰਭੂ ਜੋ ਸਤਿਗੁਰਾਂ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਰਤਦਾ ਹੈ, ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ। ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਹੇ ਸਤਿਗੁਰੂ ਜੀ, ਮੈਂ ਤੁਹਾਡਾ ਸੇਵਕ, ਤੁਹਾਡੇ ਚਰਨਾਂ ਦੀ ਧੂੜ ਮੰਗਦਾ। ਇੱਥੇ ਗੁਰੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਦੇ ਗੁਰੂ ਧੰਨ ਗੁਰੂ ਰਾਮਦਾਸ ਜੀ ਹਨ। ਇਹ ਸਤਿਗੁਰੂ ਜੀ, ਮੈਂ ਤੁਹਾਡੇ ਦਰ ਘਰ ਦਾ ਸੇਵਕ, ਤੁਹਾਡੇ ਚਰਨਾਂ ਦੀ ਧੂੜ ਹੀ ਮੰਗਦਾ। ਮੈਨੂੰ ਆਪਣੇ ਚਰਨਾਂ ਦੀ ਧੂੜ ਬਖਸ਼ੋ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਮਹਾਰਾਜ ਸਤਿਗੁਰੂ ਜੀ, ਆਪਣੇ ਚਰਨਾਂ ਦੀ ਧੂੜ ਬਖਸ਼ੋ। ਕਰੇ ਪਿੰਡ ਉਤਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ। ਇੱਥੇ ਇੱਕ ਨੇਤਰਾਂ ਤੋਂ ਅੰਨਾ ਵਿਅਕਤੀ ਗਰੀਬ ਨਵਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਪੁੱਛਦਾ ਪਛਾਉਂਦਾ ਗੁਰੂ ਚਰਨਾਂ 'ਚ ਆਇਆ। ਦਰਬਾਰ ਸਜਿਆ ਹੋਇਆ, ਸਿੰਘ ਬੈਠੇ ਹੋਏ, ਸਿੱਖ ਬੈਠੇ ਹੋਏ। ਉਹਨਾਂ ਵਿੱਚੋਂ ਕਿਸੇ ਸਿੱਖ ਨੂੰ ਪੁੱਛਿਆ ਵੀ ਛੇਵੇਂ ਪਾਤਸ਼ਾਹ ਕਿੱਥੇ ਨੇ, ਕਿਉਂਕਿ ਨੇਤਰਾਂ ਤੋਂ ਦਿਸਦਾ ਨਹੀਂ ਹੈ। ਆਖਿਆ, ਉਹਨੇ ਹੱਥ ਪਕੜ ਕੇ ਅੱਗੇ ਨੂੰ ਕਿਹਾ ਬੈਠੇ ਨੇ। ਕਹਿਣ ਲੱਗਾ, ਸਤਿਗੁਰੂ ਮੇਰੀਆਂ ਅੱਖਾਂ ਨਹੀਂ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ, ਪਰ ਅੱਜ ਮੈਨੂੰ ਪਛਤਾਵਾ ਹੈ ਕਿ ਅੱਖਾਂ ਕਿਉਂ ਨਹੀਂ ਹਨ। ਜੇ ਹੁੰਦੀਆਂ ਤੇ ਮੈਂ ਤੁਹਾਡੇ ਦਰਸ਼ਨ ਕਰਦਾ। ਪਹਿਲਾਂ ਮੈਂ ਪਛਤਾਵਾ ਨਹੀਂ ਰੱਖਿਆ ਵੀ ਨਹੀਂ ਹਨ ਤਾਂ ਕੋਈ ਗੱਲ ਨਹੀਂ, ਪਰ ਅੱਜ ਪਛਤਾਵਾ ਹੈ, ਜੇ ਹੁੰਦੀਆਂ ਤੇ ਤੁਹਾਡੇ ਦਰਸ਼ਨ ਕਰਦਾ। ਸਿੱਖ ਕੋਲ ਬੈਠੇ ਇੱਕਦਮ ਦਰਵੀਭੂਤ ਹੋ ਗਏ। ਆਖਿਆ, ਛੇਵੇਂ ਪਾਤਸ਼ਾਹ ਦਾ ਜੋੜਾ ਸਿੱਖਾ ਤੇਰੇ ਹੱਥਾਂ ਦੇ ਲਾਗੇ ਪਿਆ। ਜਿਸ ਜੋੜੇ ਦੇ ਥੱਲਿਓਂ ਲਾਹ ਕੇ ਧੂੜੀ ਤੂੰ ਨੇਤਰਾਂ 'ਚ ਪਾਵੇਂ ਤਾਂ ਨੇਤਰ ਹੋ ਸਕਦੇ ਨੇ, ਮਿਲ ਸਕਦੇ ਨੇ। ਇਹ ਸੁਣਦਿਆਂ ਸਾਰ ਉਹਨੇ ਝੱਟ ਜੋੜਾ ਫੜਿਆ ਤੇ ਜੋੜਿਆਂ ਦੇ ਥੱਲਿਓਂ ਲਾਹ ਕੇ ਚਰਨ ਧੂੜ ਨੇਤਰਾਂ ਵਿੱਚ ਪਾਈ ਤੇ ਨੇਤਰਾਂ ਦੀ ਰੌਸ਼ਨੀ ਆ ਗਈ ਤੇ ਗੁਰਦੇਵ ਦੀ ਸੋਹਣੀ ਮੂਰਤ ਦੇ ਦਰਸ਼ਨ ਕੀਤੇ। ਇੱਕ ਟਕੀ ਲਾ ਕੇ ਘੜੀ ਪਰ ਦਰਸ਼ਨ ਕਰਦਾ ਰਿਹਾ ਤੇ ਫਿਰ ਬੋਲਿਆ, ਸਾਹਿਬ
ਕਿਰਪਾ ਕਰੋ, ਹੁਣ ਜੋ ਦੇਖਣਾ ਸੀ ਦੇਖ ਲਿਆ, ਇਹ ਨੇਤਰ ਹੁਣ ਵਾਪਸ ਲੈ ਲਓ, ਕਿਉਂਕਿ ਤੁਹਾਡੀ ਸੋਹਣੀ ਮੂਰਤ ਤੋਂ ਬਿਨਾਂ ਹੁਣ ਮੈਂ ਕੁਝ ਹੋਰ ਨਹੀਂ ਵੇਖਣਾ ਚਾਹੁੰਦਾ। ਸਤਿਗੁਰਾਂ ਦੇ ਚਰਨਾਂ ਦੀ ਧੂੜ, ਜਿੱਥੇ ਸਾਹਿਬ ਦੇ ਚਰਨ ਪਏ, ਉਹ ਥਾਵਾਂ ਵੀ ਕੈਸੀਆਂ ਮੁਬਾਰਕ ਤੇ ਪਵਿੱਤਰ ਹੋ ਗਈਆਂ ਕਿ ਗੁਰਸਿੱਖ ਉਸ ਥਾਂ ਦੀ ਧੂੜੀ ਲੈ ਕੇ ਆਪਣੇ ਮਸਤਕ ਤੇ ਲਾਉਂਦੇ ਆ। ਰੋਜ਼ ਪੜ੍ਹਦੇ ਆ ਆਪਾਂ, ਲੈ ਧੂੜ ਮੁਖ ਲਾਵਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਪਵਿੱਤਰ ਹੋ ਜਾਂਦੀ। ਮੰਗ ਕਰਦੇ, ਹੈ ਸਾਹਿਬ ਮੈਂ ਤੁਹਾਡਾ ਸੇਵਕ, ਤੁਹਾਡੇ ਚਰਨਾਂ ਦੀ ਧੂੜ ਮੰਗਦਾ ਹਾਂ, ਤੇਰੇ ਦਰਸ਼ਨ ਕਉ ਬਲਿਹਾਰਾ। ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ, ਤੁਹਾਡੇ ਦਰਸ਼ਨਾਂ ਤੋਂ ਵਾਰੇ ਵਾਰੇ ਜਾਂਦਾ ਹਾਂ। ਮੇਰੇ RAM ਰਾਏ ਜਿਉ ਰੱਖੈ ਤਿਉ ਰਹੀਐ। ਏ ਮੇਰੇ RAM ਰਾਜੇ, ਜਿਵੇਂ ਤੁਹਾਨੂੰ ਭਾਵੇ ਤਿਵੇਂ ਰੱਖੋ, ਤੇ ਜਿਵੇਂ ਤੁਸੀਂ ਰੱਖੋ ਮੈਂ ਤਿਵੇਂ ਰਹਾਂ। ਜਿਉ ਰੱਖੈ ਤਿਉ ਰਹੀਐ, ਜਿਵੇਂ ਰੱਖੋਗੇ ਮਹਾਰਾਜ ਤਿਵੇਂ ਰਹਾਂਗੇ। ਤੁਸੀਂ ਜਿਵੇਂ ਰੱਖਣਾ ਉਦਾਂ ਹੀ ਰਹਾਂਗੇ ਨਾ, ਆਪਣੇ ਆਪ ਦਾ ਅਸੀਂ ਕੁਝ ਕਰ ਵੀ ਨਹੀਂ ਸਕਦੇ, ਤੇ ਜਿਵੇਂ ਤੁਸੀਂ ਰੱਖੋਗੇ ਤਿਵੇਂ ਰਹਾਂਗੇ। ਇਹ ਆ ਭਾਣਾ ਮੰਨਣ ਦੀ ਅਵਸਥਾ। ਜਿਵੇਂ ਰੱਖੋਗੇ ਮਹਾਰਾਜ ਤਿਵੇਂ ਰਹਾਂਗੇ। ਤੁਧ ਭਾਵੈ ਤਾ ਨਾਮ ਜਪਾਵਹਿ, ਸੁਖ ਤੇਰਾ ਦਿੱਤਾ ਲਹੀਐ। ਮਹਾਰਾਜ ਤੁਹਾਨੂੰ ਭਾਵੇ ਤਾਂ ਤੁਸੀਂ ਆਪਣਾ ਨਾਮ ਜਪਾਵੋਗੇ ਨਾ। ਜੇ ਤੁਹਾਨੂੰ ਭਾਵੇ ਹੀ ਨਾ ਤੇ ਕਿਵੇਂ ਨਾਮ ਜਪਾਂਗੇ? ਤੁਹਾਨੂੰ ਭਾਵੇਗਾ ਤੇ ਤੁਸੀਂ ਆਪਣਾ ਨਾਮ ਜਪਾਓਗੇ। ਤੇ ਹੇ ਸਾਹਿਬ ਜੀ, ਸੁਖ ਵੀ ਤੁਹਾਡਾ ਦਿੱਤਾ ਹੀ ਸਾਨੂੰ ਮਿਲਣਾ ਹੈ। ਸੁਖ ਤੇਰਾ ਦਿੱਤਾ ਲਹੀਐ, ਸੁਖ ਤੇਰਾ ਦਿੱਤਾ ਲਹੀਐ, ਤੇਰਾ ਦਿੱਤਾ ਲਹੀਐ, ਸੁਖ ਤੇਰਾ ਦਿੱਤਾ ਲਹੀਐ। ਸੁਖ ਤੇਰਾ ਦਿੱਤਾ ਲਹੀਐ, ਸੁਖ ਤੇਰਾ ਦਿੱਤਾ ਲਹੀਐ। ਸੁਖ ਤੇਰਾ ਦਿੱਤਾ ਲਹੀਐ, ਸੁਖ ਤੇਰਾ ਦਿੱਤਾ ਲਹੀਐ। ਸੁਖ ਦੀ ਦਾਤ ਵੀ ਤਾਂ ਸਾਹਿਬ ਕੋਲ ਹੈ। ਸਤਿਗੁਰੂ ਜੀ ਜਿਸ ਨੂੰ ਬਖਸ਼ਦੇ ਨੇ ਉਸੇ ਨੂੰ ਸੁਖ ਪ੍ਰਾਪਤ ਹੁੰਦਾ ਹੈ। ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ। ਹੇ ਸਾਹਿਬ, ਤੁਹਾਡੀ ਸੇਵਾ ਵਿੱਚ ਮੁਕਤੀ ਵੀ ਹੈ, ਤੁਹਾਡੀ ਸੇਵਾ ਵਿੱਚ ਭੁਗਤੀ ਵੀ ਹੈ, ਔਰ ਤੁਹਾਡੀ ਸੇਵਾ ਵਿੱਚ ਜੁਗਤੀ ਵੀ। ਸਭ ਕੁਝ ਮਹਾਰਾਜ ਜੀ, ਸਤਿਗੁਰੂ ਜੀ ਤੁਹਾਡੀ ਸੇਵਾ ਵਿੱਚ ਮੁਕਤੀ ਵੀ, ਭੁਗਤ। ਭੁਗਤ ਦਾ ਮਤਲਬ ਆ ਸੰਸਾਰ ਦੇ ਜਿਹੜੇ ਸੁੱਖ ਸਹੂਲਤਾਂ ਸਾਨੂੰ ਚਾਹੀਦੀਆਂ ਹਨ, ਇਹ ਭੁਗਤੀ ਵੀ ਤੁਹਾਡੀ ਸੇਵਾ ਵਿੱਚੋਂ ਮਿਲ ਜਾਂਦੀ। ਤੇ ਜੁਗਤ, ਜੀਵਨ ਜੁਗਤ, ਮੁਕਤੀ, ਭੁਗਤੀ ਤੇ ਜੁਗਤੀ, ਤਿੰਨ ਚੀਜ਼ਾਂ ਦੀ ਇੱਥੇ ਮਹਾਰਾਜ ਜੀ ਨੇ ਗੱਲ ਕੀਤੀ। ਮੁਕਤੀ, ਭੁਗਤੀ ਸੰਸਾਰ ਦੇ ਪਦਾਰਥ, ਔਰ ਜੁਗਤ ਜੀਵਨ ਜੁਗਤ। ਕਿਵੇਂ ਜੀਵਨ ਜੀਵਣਾ? ਇਹ ਸਤਿਗੁਰੂ ਜੀ, ਇਹ ਸਭ ਕੁਝ ਤੁਹਾਡੀ ਸੇਵਾ ਵਿੱਚੋਂ ਹੀ ਸਾਨੂੰ ਮਿਲਿਆ ਹੈ। ਸਤਿਗੁਰੂ ਜੀ ਤੁਹਾਡੀ ਸੇਵਾ ਕਰਦਿਆਂ ਇਹ ਸਭ ਕੁਝ ਸਾਨੂੰ ਪ੍ਰਾਪਤ ਹੋਇਆ ਹੈ। ਜਿਸ ਤੂੰ ਆਪ ਕਰਾਏ। ਪਰ ਇਹ ਸੇਵਾ ਵੀ ਤਾਂ ਉਹੀ ਕਰਦਾ ਜਿਨ੍ਹਾਂ ਕੋਲੋਂ ਤੁਸੀਂ ਕਰਾਉਂਦੇ ਹੋ। ਆਪਣੇ ਆਪ ਕੌਣ ਕਰ ਸਕਦਾ? ਸਤਿਗੁਰੂ ਜੀ ਤੁਹਾਡੀ ਸੇਵਾ ਵੀ ਉਹੀ ਕਰਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਸੇਵਾ ਕਰਾਉਂਦੇ ਹੋ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਬੈਕੁੰਠ ਦਾ ਅਰਥ ਕੀ ਹੈ? ਸੰਸਕ੍ਰਿਤ ਦਾ ਸ਼ਬਦ ਹੈ ਵੈਕੁੰਠ, ਵਾਵੇ ਨਾ, ਵੈਕੁੰਠ। ਵੈ ਕੁਣਠ, ਅੜਾਣਾ ਸ਼ਬਦ ਜਿਹੜਾ ਵਿੱਚੋਂ ਨਿਕਲੇਗਾ, ਵੈ ਕੁਣਠ।
ਕੁਣਠ ਦਾ ਮਤਲਬ ਹੁੰਦਾ ਜੋ ਬਿਨਸਦਾ ਹੈ। ਕੁਣਠ ਦਾ ਅਰਥ ਹੋਏਗਾ ਜੋ ਬਿਨਸ ਜਾਂਦਾ, ਕੁਣਠ। ਜਦੋਂ ਵਾਵੇ ਨੂੰ ਵਿਛੇਦ ਕਰ ਦਿਆਂਗੇ, ਵੱਖਰਾ ਕਰ ਦਿਆਂਗੇ, ਤਾਂ ਅਰਥ ਹੋਵੇਗਾ ਜਿਸ ਜਗ੍ਹਾ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ, ਉਹਨੂੰ ਕਹਿੰਦੇ ਨੇ ਬੈਕੁੰਠ। ਜਿਸ ਥਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਜੋ ਸदैवी ਹੈ। ਦੂਸਰਾ ਅਰਥ ਹੈ ਬੈਕੁੰਠ ਦਾ, ਜਿੱਥੇ ਹਮੇਸ਼ਾ ਆਨੰਦ, ਖੇੜਾ ਤੇ ਵਿਗਾਸ ਰਹਿੰਦਾ, ਜਿੱਥੇ ਹਮੇਸ਼ਾ ਹੀ ਆਨੰਦ ਵਰਤਦਾ, ਉਸ ਜਗ੍ਹਾ ਨੂੰ ਕਹਿੰਦੇ ਨੇ ਬੈਕੁੰਠ। ਤੇ ਮੇਰੇ ਸਾਹਿਬ ਜਿਹੜੇ ਵਿਸ਼ਨੂੰ ਜੀ ਦੇ ਭਗਤ ਨੇ, ਉਹ ਕਹਿੰਦੇ ਆ ਬੈਕੁੰਠ ਉਹ ਹੈ ਜਿੱਥੇ ਵਿਸ਼ਨੂੰ ਜੀ ਰਹਿੰਦੇ ਨੇ। ਸਭ ਦੀ ਆਪੋ ਆਪਣੀ ਵਿਚਾਰਧਾਰਾ, ਪਰ ਮੇਰੇ ਪਾਤਸ਼ਾਹ ਕਹਿੰਦੇ ਜਿੱਥੇ ਹਰੀ ਜੀ ਤੁਹਾਡਾ ਕੀਰਤਨ ਹੁੰਦਾ ਉਹ ਬੈਕੁੰਠ ਹੈ। ਉਹ ਬੈਕੁੰਠ ਹੈ ਜਿੱਥੇ ਤੁਹਾਡਾ ਕੀਰਤਨ ਹੁੰਦਾ, ਉਹ ਸੱਚਖੰਡ ਹੈ, ਆਪਾਂ ਏਦਾਂ ਕਹਿ ਸਕਦੇ ਹਾਂ। ਉਹ ਸੱਚਖੰਡ ਹੈ ਮਹਾਰਾਜ ਜਿੱਥੇ ਤੁਹਾਡਾ ਕੀਰਤਨ ਹੁੰਦਾ। ਦੁਬਾਰਾ ਪੜ੍ਹੀਏ ਜੀ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਮਹਾਰਾਜ ਉੱਥੇ ਬੈਕੁੰਠ ਹੈ, ਉਹ ਥਾਂ ਆਨੰਦ ਨਾਲ ਭਰੀ ਹੋਈ ਹੈ, ਉਹ ਜਗ੍ਹਾ ਸੱਚਖੰਡ ਹੈ ਮਹਾਰਾਜ ਜੀ, ਜਿੱਥੇ ਤੁਹਾਡਾ ਕੀਰਤਨ ਹੁੰਦਾ, ਜਿੱਥੇ ਤੁਹਾਡੇ ਕੀਰਤਨ ਦੀਆਂ ਛੈਬਰਾਂ ਲੱਗਦੀਆਂ। ਪਰ ਹੇ ਸਾਹਿਬ, ਐਸੇ ਬੈਕੁੰਠ ਨਾਲ, ਇਹੋ ਜਿਹੇ ਜਿੱਥੇ ਤੁਹਾਡਾ ਕੀਰਤਨ ਹੁੰਦਾ, ਜਿੱਥੇ ਤੁਹਾਡੀ ਕੀਰਤੀ ਹੁੰਦੀ ਹੈ, ਇਹੋ ਜਿਹੇ ਬੈਕੁੰਠ ਨਾਲ ਤੁਸੀਂ ਜਿਹਨੂੰ ਸ਼ਰਧਾ ਲਾਓਗੇ ਉਹਦੀ ਸ਼ਰਧਾ ਲੱਗੇਗੀ। ਬਹੁਤਿਆਂ ਨੇ ਤਾਂ ਕਹਿਣਾ ਇਹ ਤਾਂ ਵਿਹਲੜ ਬੈਠੇ ਨੇ, ਸਾਨੂੰ ਤਾਂ ਕੰਮਕਾਰ। ਸ਼ਰਧਾ ਵੀ ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਲਾਉਣੀ ਹੈ, ਵੀ ਜਿੱਥੇ ਕੀਰਤਨ ਹੋ ਰਿਹਾ, ਜਿੱਥੇ ਸਾਹਿਬ ਦੀ ਕੀਰਤੀ ਹੋ ਰਹੀ ਹੈ, ਉਹ ਥਾਂ ਸਾਧ ਸੰਗਤ ਸੱਚਖੰਡ ਹੈ, ਬੈਕੁੰਠ ਹੈ। ਇਹ ਸ਼ਰਧਾ ਵੀ ਤੁਸੀਂ ਜਿਨ੍ਹਾਂ ਨੂੰ ਬਖਸ਼ਣੀ ਹੈ ਉਹਨਾਂ ਨੂੰ ਮਿਲ ਜੂ। ਹਾਂਜੀ। ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ। ਮਹਾਰਾਜ ਜੀ ਤੁਹਾਡਾ ਨਾਮ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਸਿਮਰ ਸਿਮਰ ਕੇ ਮੈਂ ਜੀਵਦਾ ਹਾਂ। ਮੇਰਾ ਤਨ ਮਨ ਤੁਹਾਡੇ ਨਾਮ ਨੂੰ ਸਿਮਰ ਸਿਮਰ ਕੇ ਨਿਹਾਲ ਨਿਹਾਲ ਹੋ ਗਿਆ ਹੈ। ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਇਆਲਾ। हे ਪ੍ਰਭੂ ਜੀ, ਮੈਂ ਤੁਹਾਡੇ ਚਰਨ ਕਮਲਾਂ ਨੂੰ ਧੋ ਧੋ ਕੇ ਪੀਂਦਾ। ਆਪ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਧੋ ਧੋ ਕੇ ਪੀਂਦਾ ਹਾਂ। हे ਮੇਰੇ ਸਤਿਗੁਰੂ ਜੀ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰ ਆਇਆ। ਕੋਈ ਬੰਦਾ ਗਿਆ ਕਿਸੇ ਜੋਤਸ਼ੀ ਕੋਲ, ਬ੍ਰਾਹਮਣ ਕੋਲ, ਆਖਿਆ ਜੀ ਦੱਸੋ ਕੋਈ ਸ਼ੁਭ ਵੇਲਾ, ਕੋਈ ਭਲਾ ਮਹੂਰਤ। ਉਹਦੇ ਹੱਥ ਵਿੱਚ ਫੜੀ ਹੋਈ ਇੱਕ ਗਣਕ ਵਿਦਿਆ ਦੀ ਕਿਤਾਬ, ਗਣਕ ਜੋਤਿਸ਼ ਵਿਦਿਆ ਦੀ ਕਿਤਾਬ, ਉਹਨੂੰ ਫਰੋਲਦਾ, ਵੇਖਦਾ, ਦੱਸਦਾ ਆਹ ਗ੍ਰਹਿ ਇਸ ਦਿਨ ਆਹ ਰਾਸ਼ੀ ਵਿੱਚ ਇੱਥੇ ਇੱਥੇ, ਸਾਰੀ ਵਿਦਿਆ ਨੂੰ ਪੜਚੋਲਣ ਤੋਂ ਬਾਅਦ ਦੱਸਦਾ ਫਲਾਣੇ ਦਿਨ ਫਲਾਣੇ ਸਮੇਂ ਇੰਨੇ ਤੋਂ ਇੰਨੇ ਵਜੇ ਤੱਕ ਆਹ ਸਮਾਂ ਸ਼ੁਭ ਹੈ। ਥੋੜੋ ਮਹੀਨੇ ਬਾਅਦ ਆਵੇਗਾ, 2 ਮਹੀਨਿਆਂ ਬਾਅਦ ਆਵੇਗਾ। ਹੁਣ ਗੁਰਸਿੱਖ ਵਾਸਤੇ ਕੀ ਵਿਧਾਨ ਹੈ? ਗੁਰਸਿੱਖ ਕਹਿੰਦਾ ਉਹ ਵੇਲੇ ਤੋਂ ਮੈਂ ਕੁਰਬਾਨ ਜਾਂਦਾ ਹਾਂ, ਉਹ ਵੇਲਾ ਮੇਰੇ ਲਈ ਸਭ ਤੋਂ ਸ਼ੁਭ ਤੇ ਪਵਿੱਤਰ ਹੈ ਮਹਾਰਾਜ, ਜਿਸ ਵੇਲੇ ਮੈਂ ਚੱਲ ਕੇ ਤੁਹਾਡੇ ਦੁਆਰ ਤੇ ਆਉਂਦਾ ਹਾਂ। ਉਹਦੇ ਵਰਗਾ ਕੀਮਤੀ ਸਮਾਂ ਹੀ ਕੋਈ ਨਹੀਂ, ਉਹਦੇ ਵਰਗਾ ਸ਼ੁਭ ਸਮਾਂ ਹੀ ਕੋਈ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ। ਉਹ ਸੁਹਾਵਣੇ ਵੇਲੇ ਤੋਂ, ਉਹ ਘੜੀਆਂ ਤੋਂ ਵੀ ਮੈਂ ਕੁਰਬਾਨ ਜਾਵਾਂ, ਉਹ ਸਮੇਂ ਤੋਂ ਵੀ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ ਮੇਰੇ ਸਾਹਿਬ, ਜਿਤ ਤੁਮਰੇ ਦੁਆਰ ਆਇਆ। ਜਿਸ ਸਮੇਂ ਮੈਂ ਤੁਹਾਡੇ ਦੁਆਰ ਤੇ ਚੱਲ ਕੇ ਆਇਆ। ਸਾ ਵੇਲਾ ਪ੍ਰਵਾਨ ਹੈ, ਸਾ ਵੇਲਾ ਭਲਾ ਹੈ, ਸਾ ਵੇਲਾ
ਸੁਖਦਾਈ ਹੈ, ਸਾ ਵੇਲਾ ਸ੍ਰੇਸ਼ਟ ਹੈ, ਜਿਸ ਵੇਲੇ ਮਹਾਰਾਜ ਮੈਂ ਤੁਹਾਡੇ ਦੁਆਰ ਤੇ ਚੱਲ ਕੇ ਆਵਾਂ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਤੇ ਉਸ ਵੇਲੇ ਤੋਂ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਕਿ ਮੈਂ ਆਪਣੇ ਪ੍ਰਭੂ ਤੋਂ ਬਲਿਹਾਰ ਜਾਣਾ, ਜਿਹੜੇ ਸਤਿਗੁਰੂ ਜੀ ਹਮੇਸ਼ਾ ਪ੍ਰਭੂ ਜੀ ਸਾਡੇ ਤੇ ਕਿਰਪਾ ਕਰਦੇ। ਉਹਨਾਂ ਦੀ ਕਿਰਪਾ ਨਾਲ, ਪ੍ਰਭੂ ਦੀ ਕਿਰਪਾ ਨਾਲ ਮੈਂ ਪੂਰੇ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ। ਸੋਹੀ ਮਹੱਲਾ ਪੰਜਵਾ, ਤੁਧ ਚਿਤ ਆਏ ਮਹਾ ਆਨੰਦਾ। ਰਾਗ ਸੂਹੀ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ, ਹੇ ਪ੍ਰਭੂ ਤੁਸੀਂ ਚਿਤ ਆਵੋ, ਜਿਸ ਸਮੇਂ ਚਿਤ ਆਵੋ, ਜਿਸ ਵੇਲੇ ਚਿਤ ਆਵੋ, ਜਿਸ ਘੜੀ ਚਿਤ ਆਵੋ, ਉਸੇ ਸਮੇਂ ਆਨੰਦ ਹੈ। ਕਈ ਕਹਿੰਦੇ ਅੱਜ ਕਰੋ ਭਜਨ, ਫਲ ਬਾਅਦ ਚ ਮਿਲੇਗਾ। ਮੈਂ ਕਹਿਣਾ ਹੁਣੇ ਕਰੋ, ਹੁਣੇ ਹੀ ਆਨੰਦ ਵਰਤੇਗਾ। ਗੁਰਦੇਵ ਕਹਿੰਦੇ ਹੁਣੇ ਜਪੋ, ਹੁਣੇ ਹੀ ਆਨੰਦ। ਜਿਸ ਵੇਲੇ ਵੀ ਰੱਬ ਚੇਤੇ ਆਵੇ, ਉਸੇ ਵੇਲੇ ਹੀ ਹਿਰਦੇ ਚ ਆਨੰਦ। ਤੁਸੀਂ ਸਿਮਰਨ ਨਾ ਕਰੋ, ਸਿਮਰਨ ਕਰਨ ਦਾ ਫੁਰਨਾ ਹੀ ਕਰ ਲਓ ਵੀ ਮੈਂ ਸਵੇਰੇ ਉੱਠ ਕੇ ਸਿਮਰਨ ਕਰਨਾ, ਜਾਂ ਸ਼ਾਮ ਨੂੰ ਅੱਜ ਘੰਟਾ ਬੈਠ ਕੇ ਸਿਮਰਨ ਕਰਨਾ। ਸਿਮਰਨ ਕਰਨ ਦਾ ਫੁਰਨਾ ਹੀ ਹਿਰਦੇ ਚ ਆਨੰਦ ਬਣਾ ਦਿੰਦਾ। ਜਦੋਂ ਸਿਮਰਨ ਕਰਨਾ ਉਦੋਂ ਤਾਂ ਆਨੰਦ ਵਰਤੇਗਾ ਹੀ ਨਾ। ਤੁਸੀਂ ਫੁਰਨਾ ਕਰ ਲਓ ਵੀ ਮੈਂ ਕੱਲ ਨੂੰ ਇੰਨੇ ਵਜੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਜਾ ਕੇ ਨਮਸਕਾਰ ਕਰਕੇ ਆਵਾਂਗਾ। ਜਦੋਂ ਆਓਗੇ ਉਦੋਂ ਤਾਂ ਆਨੰਦ ਵਰਤਣਾ ਹੀ ਆ। ਜਦੋਂ ਫੁਰਨਾ ਹੀ ਕਰਕੇ ਸੌਂ ਗਏ ਨਾ, ਉਹ ਫੁਰਨਾ ਹੀ ਆਨੰਦ ਬਣਾ ਦਿੰਦਾ। ਹੇ ਪ੍ਰਭੂ ਤੂੰ ਜਦੋਂ ਚਿੱਤ ਆਉਣਾ ਉਦੋਂ ਮਹਾ ਆਨੰਦ ਹੈ। ਜਿਸ ਵਿਸਰਹਿ ਸੋ ਮਰ ਜਾਏ। ਜਿਸ ਨੂੰ ਵਿਸਰਦਾ ਹੈ ਹੇ ਪ੍ਰਭੂ ਤਾਂ ਮਰ ਹੀ ਜਾਂਦਾ ਹੈ, ਉਹ ਤਾਂ ਮਰਿਆ ਬਰੋਬਰ ਹੀ ਹੈ। ਦਇਆਲ ਹੋਵੈ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਹੇ ਪ੍ਰਭੂ ਜੀ, ਕਰਤਾ ਪੁਰਖ ਜੀ ਜਿਨ੍ਹਾਂ ਤੇ ਤੁਸੀਂ ਦਇਆਲ ਹੁੰਦੇ ਹੋ, ਉਹ ਸਦਾ ਤੁਹਾਨੂੰ ਧਿਆਉਂਦੇ ਹਨ, ਉਹ ਸਦਾ ਤੁਹਾਨੂੰ ਆਰਾਧਦੇ ਹਨ, ਉਹ ਸਦਾ ਤੁਹਾਨੂੰ ਜਪਦੇ ਹਨ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ। ਏ ਮੇਰੇ ਸਾਹਿਬ ਤੂੰ ਮੇਰਾ ਮਾਣ ਹੈ ਨਿਮਾਣੀ ਦਾ। ਮੈਂ ਨਿਮਾਣੀ ਹਾਂ, ਪਰ ਹੇ ਮੇਰੇ ਸਾਹਿਬ ਮੈਂ ਨਿਮਾਣੀ ਦੇ ਤੁਸੀਂ ਮਾਣ ਹੋ। ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ। ਮਹਾਰਾਜ ਪ੍ਰਭੂ ਜੀ ਤੁਹਾਡੇ ਚਰਨਾਂ 'ਚ ਮੈਂ ਅਰਦਾਸ ਕਰਦੀ ਹਾਂ। ਮੇਰੀ ਅਰਦਾਸ, ਮੇਰੀ ਜੋਦੜੀ ਤੁਹਾਡੇ ਚਰਨਾਂ ਵਿੱਚ। ਮੈਂ ਤੁਹਾਡੀ ਬਾਣੀ ਨੂੰ ਸੁਣ ਸੁਣ ਕੇ ਜੀਵਦਾ ਹਾਂ। ਸੁਣ ਸੁਣ ਜੀਵਾਂ ਤੇਰੀ ਬਾਣੀ। ਤੁਹਾਡੀ ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ ਮੈਂ ਜੀਵਦਾ ਹਾਂ। ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ, ਤੇਰੇ ਦਰਸ਼ਨ ਕੋ ਬਲ ਜਾਈ। ਮਹਾਰਾਜ ਤੁਹਾਡੇ ਜਨਾਂ ਦੇ ਚਰਨਾਂ ਦੀ ਮੈਂ ਧੂੜੀ ਹੋਵਾਂ, ਤੁਹਾਡੇ ਜਨਾਂ ਦੇ ਚਰਨਾਂ ਦੀ ਮੈਂ ਖਾਕ ਹੋ ਜਾਵਾਂ। ਇੱਥੇ ਹੀ ਬਸ ਨਹੀਂ ਮਹਾਰਾਜ, ਤੁਹਾਡੇ ਦਰਸ਼ਨਾਂ ਤੋਂ ਮੈਂ ਬਲਿਹਾਰ ਜਾਵਾਂ, ਤੁਹਾਡੇ ਜਨਾਂ ਦੇ ਚਰਨਾਂ ਦੀ ਧੂੜੀ ਹੋ ਜਾਵਾਂ, ਔਰ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਵਾਂ। ਅੰਮ੍ਰਿਤ ਬਚਨ ਹਿਰਦੈ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ। ਅੰਮ੍ਰਿਤ ਬਚਨ ਆਪ ਜੀ ਦੇ ਕਹੇ ਹੋਏ ਮੈਂ ਆਪਣੇ ਹਿਰਦੇ ਧਾਰਨ ਕਰਦਾ ਹਾਂ। ਤੁਹਾਡੀ ਕਿਰਪਾ ਨਾਲ ਤੁਹਾਡਾ ਸੰਗ ਪ੍ਰਾਪਤ ਹੁੰਦਾ ਹੈ। ਅੰਤਰ ਕੀ ਗਤ ਤੁਧ ਪਹਿ ਸਾਰੀ, ਤੁਧ ਜੀਵੜ ਅਵਰ ਨਾ ਕੋਈ। ਮੇਰੇ ਅੰਦਰ ਦੇ ਸਾਰੇ ਹਾਲਾਤ ਤੁਸੀਂ ਜਾਣਦੇ ਹੋ, ਮੇਰੇ ਅੰਦਰ ਕੀ ਹੈ ਉਹ ਤੁਸੀਂ ਜਾਣਦੇ ਹੋ। हे ਪ੍ਰਭੂ ਤੁਹਾਡੇ ਜੈਸਾ ਵੱਡਾ ਅਵਰ ਕੋਈ ਦੂਜਾ ਨਹੀਂ। ਜਿਸਨੂੰ ਲਾਏ ਲਹਿ ਸੋ ਲਾਗੈ,
ਭਗਤ ਤੁਹਾਰਾ ਸੋਈ। ਜਿਸ ਨੂੰ ਤੁਸੀਂ ਲਾਉਂਦੇ ਹੋ ਆਪਣੇ ਚਰਨਾਂ ਵਿੱਚ ਉਹੀ ਲੱਗਦੇ ਨੇ ਔਰ ਉਹੀ ਤੁਹਾਡੇ ਭਗਤ ਹਨ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਦੋਵੇਂ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ ਚੋਂ ਦਾਨ ਮੰਗਦਾ ਹਾਂ। ਉਹ ਦਾਨ ਮੈਨੂੰ ਤਾਂ ਮਿਲਣਾ ਹੈ ਸਾਹਿਬ ਜੇ ਤੁਸੀਂ ਮੇਰੇ ਤੇ ਤੁਠੋਗੇ। ਮੈਂ ਦਾਨ ਮੰਗਦਾ ਦੋਵੇਂ ਹੱਥ ਜੋੜ ਕੇ, ਪਰ ਉਹ ਮਿਲੇਗਾ ਤਾਂ ਜੇ ਤੁਸੀਂ ਮੇਰੇ ਤੇ ਤੁਠੋਗੇ, ਪ੍ਰਸੰਨ ਹੋਵੋਗੇ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਉਹ ਦਾਨ ਕਿਹੜਾ? ਕਹਿੰਦੇ ਸਵਾਸ ਸਵਾਸ ਹੈ ਪ੍ਰਭੂ ਮੈਂ ਤੁਹਾਡੀ ਆਰਾਧਨਾ ਕਰਾਂ ਤੇ ਅੱਠੇ ਪਹਿਰ ਤੁਹਾਡੇ ਗੁਣਾਂ ਨੂੰ ਗਾਵਾਂ, ਗਾਇਨ ਕਰਾਂ। ਇਹ ਸਾਹਿਬੇ ਕਿਰਪਾ ਕਰੋ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 21 ਮਾਰਚ ਯਾਨੀ ਕਿ ਪਰਸੋਂ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰੇ 1 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ। ਜਿਨ੍ਹਾਂ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਕਥਾਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਮਹਾਂਪੁਰਸ਼ ਮਹਾਤਮਾ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਪਰਸੋਂ ਸਵੇਰ ਦੀ 21 ਤਰੀਕ ਦੀ ਜਿਹੜੀ ਕਥਾ ਹੈ ਉਹ ਵੀ ਬਾਹਰ ਦੀਵਾਨ ਹਾਲ ਵਿੱਚ ਹੋਵੇਗੀ। ਸਮੂਹ ਸੰਗਤਾਂ ਨੇ ਸਮੇਂ ਸਿਰ ਹਾਜ਼ਰੀਆਂ ਭਰਨੀਆਂ, 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਦੂਸਰੀ ਬੇਨਤੀ ਹੈ ਕਿ ਅੱਜ ਰਾਤ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ 6 ਤੋਂ 8 ਵਜੇ ਤੱਕ 400 ਬੱਚਿਆਂ ਵੱਲੋਂ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਕੀਰਤਨ ਗਾਇਨ ਹੋਵੇਗਾ। ਉੱਥੇ ਵੀ ਅੱਜ ਰਾਤ ਨੂੰ 6 ਤੋਂ 8 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚੋ ਸੱਜਣ ਮੈਂਡਿਆ, ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਦਰਮਾ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ।
ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀਆ। ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ। ਇਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇਯ ਰੰਗ ਰੰਗਾਰੇ। ਇਕ ਤਿਲ ਪੀ ਨਾ ਧੀਰਜੈ, ਪ੍ਰਭ ਸਿਉ ਮਨ ਲੀਨਾ। ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ। ਸੱਚ ਸਾਹ ਬੰਦੀ ਮੋਚ, ਦੀਦ ਨੇ ਦੀਦਾਰ ਸਾਹਿਬ। ਕਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੂੰ। ਖੁਦ ਖਸਮ ਵੱਡਾ ਤੋਲ, ਦਸਤਗੀਰੀ ਦੇਹ ਦਿਲਾਵਰ। ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ। ਨਾਨਕ ਤੇਰੀ ਟੇਕ, ਅੰਦਰ ਸੱਚਾ ਨੇਹੋ। ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾ ਸਾਹਮਣੇ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾ ਸਾਹਮਣੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਆਦ ਮਧ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਆਦ ਮਧ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚਖਿਆ। ਸਾਧਾ
ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਬੁੱਝ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਦਇਆਲ ਬੁਝਾਏ ਹੁਕਮ ਮਿਤ ਜਿਸ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਬ ਸਕਹਿ ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਆ ਨ ਜਮ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸੱਤੇ ਮੱਥੇ ਵਾਲ ਪਛਾੜਿਆ ਨ ਜਮ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨ ਨਾਨਕ ਹਰ ਸੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ
ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।